ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੂਨ ਦੀਆਂ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ। ਗੁਰੂ ਮਹਾਰਾਜ ਕਿਰਪਾ ਕਰਨ, ਹਰ ਰੋਜ਼ ਇਹ ਸੇਵਾ ਲੈ ਲਿਆ ਕਰਨ, ਆਪਣੀ ਵੀਡੀਓ ਬਣ ਜਿਆ ਕਰੇ ਵਿਚਾਰ ਦੀ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਸੰਗਤ ਜੀ, ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹੀ ਸੱਚਾ ਤੇ ਸਦੀਵੀ ਹੈ, ਬਾਕੀ ਸਭ ਕੁਝ ਝੂਠਾ ਹੈ ਤੇ ਨਾਸ਼ਵੰਤ ਹੈ। ਜਿਵੇਂ ਗੁਰੂ ਸਾਹਿਬ ਬਾਰ-ਬਾਰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਜੋ ਹੈਗਾ ਮਤਲਬ ਕਿ ਦਿਸਦਾ ਹੈ ਉਹ ਨਾਸ਼ਵੰਤ ਹੈ ਸਾਰਾ ਕੁਝ, ਜਿਹੜਾ ਦਿਸਦਾ ਨਹੀਂ ਪਰਮਾਤਮਾ ਉਹ ਸਦੀਵੀ ਹੈ। ਉਹਨੂੰ ਅਸੀਂ ਦੇਖਣ ਦੀ ਕੋਸ਼ਿਸ਼ ਕਰੀਏ ਉਹਦੇ ਗੁਣਾਂ ਦੇ ਨਾਲ। ਕੂੜ ਰਾਜਾ, ਜਿਹੜਾ ਰਾਜ ਹੈ, ਰਾਜ ਕਰ ਰਿਹਾ ਹੈ। ਹੁਣ ਅੱਜ ਕੱਲ੍ਹ ਦੇ ਰਾਜੇ ਕੌਣ ਨੇ ਜੀ? ਜਿਨ੍ਹਾਂ ਨੂੰ 5 ਸਾਲ ਦੀ ਕੁਰਸੀ ਮਿਲ ਜਾਂਦੀ ਹੈ, ਗੱਦੀ ਮਿਲ ਜਾਂਦੀ ਹੈ। ਇਹ ਮੰਤਰੀ ਸੰਤਰੀ ਸਾਡੇ ਇਹ ਰਾਜੇ ਬਣੇ ਹੋਏ ਨੇ। ਇਹ ਕੂੜੇ ਝੂਠੇ ਨੇ ਤੇ ਨਾਸ਼ਵੰਤ ਨੇ। ਕੂੜ ਪਰਜਾ, ਉਹ ਪ੍ਰਜਾ ਵੀ ਇਹਨਾਂ ਦੀ ਝੂਠੀ ਹੋਈ ਹੈ, ਜਿਹੜੀ ਇਹਨਾਂ ਦੇ ਪਿੱਛੇ ਲੱਗੀ ਹੋਈ ਹੈ, ਇਹਨਾਂ ਦੀ ਗੁਣਗੀਤ ਗਾ ਰਹੀ ਹੈ, ਕਿਉਂਕਿ ਆਪ ਵੀ ਨਾਸ਼ਵੰਤ ਨੇ, ਪ੍ਰਜਾ ਨੇ ਵੀ ਨਾਸ਼ ਹੋ ਜਾਣਾ ਹੈ। ਕੂੜ ਸਭ ਸੰਸਾਰ, ਇਸ ਤਰ੍ਹਾਂ ਸਾਰਾ ਸੰਸਾਰ ਝੂਠ ਦੇ ਵਿੱਚ ਹੀ ਲੱਗਿਆ ਹੋਇਆ ਜੀ ਤੇ ਨਾਸ਼ਵੰਤ ਹੈ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਮੰਡਪ ਮਾੜੀ ਕਿਹਾ ਜੀ, ਜਿਹੜੀਆਂ ਇਹ ਆਪਾਂ ਘਰ ਮਹਿਲ ਕੋਠੀਆਂ, ਜਿਵੇਂ ਅੱਜ ਕੱਲ੍ਹ ਹਵੇਲੀਆਂ ਵੀ ਬਣਨ ਲੱਗ ਗਈਆਂ, ਇਹ ਸਾਰਾ ਮੰਡਪ ਮਾੜੀ ਕਹਿੰਦੇ ਨੇ ਜੀ ਇਹਨੂੰ। ਕੂੜ ਬੈਸਣ ਹਾਰ, ਗੁਰੂ ਸਾਹਿਬ ਕਹਿੰਦੇ ਇਹ ਵੀ ਝੂਠੀਆਂ ਨੇ, ਇਹਨਾਂ ਨੇ ਵੀ ਇੱਕ ਦਿਨ ਖਤਮ ਹੋ ਜਾਣਾ, ਨਾਸ਼ ਹੋ ਜਾਣਾ, ਢਹਿ ਜਾਣਾ। ਤੇ ਜਿਹੜੇ ਇਹਨਾਂ ਦੇ ਵਿੱਚ ਰਹਿਣ ਵਾਲੇ ਨੇ, ਕੂੜ ਬੈਸਣਹਾਰ, ਬੈਸਣਹਾਰ ਹੁੰਦਾ ਜੀ ਜਿਹੜੇ ਇਹਨਾਂ ਦੇ ਵਿੱਚ ਰਹਿੰਦੇ ਨੇ, ਉਹ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਇੱਕ ਦਿਨ ਮਰ ਜਾਣਾ, ਖਤਮ ਹੋ ਜਾਣਾ, ਉਹ ਵੀ ਨਾਸ਼ਵੰਤ ਨੇ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਸੰਗਤ ਜੀ, ਸੋਇਨਾ ਸੋਨਾ ਹੁੰਦਾ ਤੇ ਰੂਪਾ ਚਾਂਦੀ। ਇਹ ਜਿਹੜਾ ਸੋਨਾ ਚਾਂਦੀ ਹੈ, ਗੁਰੂ ਸਾਹਿਬ ਕਹਿੰਦੇ ਇਹ ਵੀ ਵਿਅਰਥ ਹੈ, ਨਾਸ਼ਵੰਤ ਹੈ ਤੇ ਇਹ ਵੀ ਬੰਦੇ ਕੋਲੇ ਸਦੀਵੀ ਨਹੀਂ ਟਿਕਦੀਆਂ ਇਹ ਜਿਹੀਆਂ ਚੀਜ਼ਾਂ। ਕੂੜ ਪਹਿਨਣਹਾਰ, ਜਿਹੜਾ ਇਹਨਾਂ ਨੂੰ ਪਹਿਨਦਾ ਸੋਨੇ ਚਾਂਦੀ ਨੂੰ, ਉਹ ਵੀ ਇੱਕ ਦਿਨ ਮਰ ਮੁੱਕ ਜਾਂਦਾ, ਉਹ ਵੀ ਸਦੀਵੀ ਨਹੀਂ ਰਹਿੰਦਾ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਸੰਗਤ ਜੀ, ਜਿਹੜਾ ਸਾਡਾ ਸਰੀਰ ਹੈ ਇਹ ਵੀ ਨਾਸ਼ਵੰਤ ਹੈ, ਕੂੜ ਹੈ। ਕੂੜ ਕੱਪੜ, ਇਹਨੂੰ ਆਪਾਂ ਸੋਹਣੇ ਸੋਹਣੇ ਕੱਪੜੇ ਪਵਾਉਂਦੇ ਹਾਂ ਤੇ ਉਹ ਵੀ ਸਭ ਨਾਸ਼ਵੰਤ ਹੈ। ਕੂੜ ਰੂਪ ਅਪਾਰ, ਜਿਹੜਾ ਸਾਡਾ ਰੂਪ ਹੁੰਦਾ ਹੈ ਜੀ, ਆਪਾਂ ਕਹਿੰਦੇ ਹਾਂ ਫਲਾਣਾ ਬੰਦਾ ਬਹੁਤ ਸੋਹਣਾ ਹੈ ਤੇ ਬਹੁਤ ਸੋਹਣਾ ਲੱਗਦਾ ਹੈ, ਇਹ ਜਿਹੜਾ ਅਪਾਰ ਰੂਪ ਹੈ ਇਹ ਵੀ ਨਾਸ਼ਵੰਤ ਹੈ, ਬਹੁਤ ਜ਼ਿਆਦਾ ਸੋਹਣਾਪਨ ਵੀ, ਕਿਉਂਕਿ ਉਹਨੂੰ ਵੀ ਇੱਕ ਦਿਨ ਮੌਤ ਤਾਂ ਆਉਣੀ ਹੋਈ ਹੈ, ਉਹਨੇ ਵੀ ਇੱਕ ਦਿਨ ਮਰਨਾ ਹੀ ਹੈ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਹੁਣ ਗੁਰੂ ਸਾਹਿਬ ਜੀ, ਜਿਹੜਾ ਆਪਣਾ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ, ਕੂੜ ਮੀਆਂ, ਮੀਆਂ ਕਹਿੰਦੇ ਨੇ ਪਤੀ ਨੂੰ, ਕੂੜ ਬੀਬੀ ਕਿਹਾ ਇੱਥੇ ਪਤਨੀ ਨੂੰ। ਇਹ ਰਿਸ਼ਤਾ ਵੀ ਨਾਸ਼ਵੰਤ ਹੈ ਜੀ, ਛਲ ਕਪਟ ਵਾਲਾ ਹੀ ਹੈ। ਮਤਲਬ ਕਿ ਕਿਸੇ ਦੀ ਬਣਦੀ ਹੈ ਤਾਂ ਵੀ ਉਹ ਪਰਮਾਤਮਾ ਦਾ ਨਾਮ ਨਹੀਂ ਲੈਂਦਾ, ਆਪਸ ਦੇ ਵਿੱਚ ਇੱਕ ਦੂਜੇ ਨੂੰ ਸਰਾਹੀ ਜਾਂਦੇ ਨੇ, ਰਿਸ਼ਤੇਦਾਰੀਆਂ 'ਚ ਘੁੰਮੀ ਫਿਰੀ ਜਾਂਦੇ ਨੇ, ਦੁੱਖ ਸੁੱਖ ਕਰੀ ਜਾਂਦੇ ਨੇ, ਬਹੁਤ ਸਿਆਣੇ ਬਣੇ ਹੋਏ ਨੇ। ਜਿਨ੍ਹਾਂ ਦੀ ਨਹੀਂ ਬਣਦੀ ਆਪਸ ਦੇ ਵਿੱਚ, ਉਹ ਇੱਕ ਦੂਏ ਨੂੰ ਬਗੋਈ ਜਾਂਦੇ ਨੇ, ਗਾਲਾਂ ਕੱਢੀ ਜਾਂਦੇ ਨੇ ਤੇ ਉਹਨਾਂ ਦੇ ਔਗਣ ਦੇਖੀ ਜਾਂਦੇ ਨੇ। ਉਹਨਾਂ ਨੇ ਵੀ ਇਸ ਤਰ੍ਹਾਂ ਆਪਣੀ ਜ਼ਿੰਦਗੀ ਹੈ ਜਿਹੜੀ ਵਿਅਰਥੇ ਨਿਘਾ ਲੈਣੀ ਹੈ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਖਪੀ ਜਾਂਦੇ ਨੇ ਇਸ ਰਿਸ਼ਤੇ ਦੇ ਵਿੱਚ। ਉਹ ਗੁਰੂ ਦੀ ਸੰਗਤ ਨਹੀਂ ਕਰਦੇ, ਪਰਮਾਤਮਾ ਦਾ ਨਾਮ ਨਹੀਂ ਲੈਂਦੇ, ਇਸੇ ਤਰ੍ਹਾਂ ਖੱਪ ਹੋਏ ਖਾਰ, ਜਾਣੀ ਖੱਜਲ ਖੁਆਰ ਹੋਈ ਜਾਂਦੇ ਨੇ ਇਸ ਰਿਸ਼ਤੇ 'ਚ। ਗੁਰੂ ਸਾਹਿਬ ਵੱਲੋਂ ਇਹ ਰਿਸ਼ਤਾ ਬਹੁਤ ਵਧੀਆ, ਜਾਣੀ ਜੀਵਨ ਸਾਥੀ ਦਾ ਬਹੁਤ ਵਧੀਆ ਰਿਸ਼ਤਾ ਬਣਾਇਆ ਹੋਇਆ ਹੈ ਜੀ। ਮਤਲਬ ਕਿ ਇਹਦਾ ਮਤਲਬ ਵੀ ਆਪਾਂ ਹਮੇਸ਼ਾ ਜਦੋਂ ਤੋਂ ਵਿਆਹ ਹੋ ਜਾਂਦਾ ਹੈ ਮੌਤ ਤੱਕ ਇਕੱਠੇ ਰਹਿੰਦੇ ਹਾਂ, ਪਰ ਇਹ ਰਿਸ਼ਤਾ ਸਾਡਾ ਸਤਸੰਗੀਆਂ ਵਾਲਾ ਹੋਣਾ ਚਾਹੀਦਾ ਹੈ। ਪਤੀ ਪਤਨੀ ਨੂੰ ਸਤਸੰਗੀ ਹੋਣਾ ਚਾਹੀਦਾ ਹੈ, ਆਪਸ ਦੇ ਵਿੱਚ ਗੁਰੂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ, ਵਿਚਾਰ ਕਰਨੇ ਚਾਹੀਦੇ ਨੇ, ਪਰ ਇਹ ਸਾਰਾ ਰਿਸ਼ਤਾ ਵੀ ਕੂੜ ਦੇ ਵਿੱਚ ਹੀ ਹੈ। ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਸੰਗਤ ਜੀ, ਜਿਹੜੀ ਝੂਠ ਦਾ ਸਾਰਾ ਪਸਾਰਾ ਹੈ ਸੰਸਾਰ ਦੇ ਵਿੱਚ ਤੇ ਝੂਠ ਦੇ ਨਾਲੇ ਸਭ ਨੂੰ ਪਿਆਰ ਹੈ, ਜਿਹੜੀ ਮਾਇਆ ਹੈ ਇਹ ਸਭ ਝੂਠ ਹੈ, ਬੇਅਰਥ ਹੈ, ਕਦੇ ਕਿਸੇ ਦੇ ਕੰਮ ਨਹੀਂ ਆਈ, ਕਦੇ ਕਿਸੇ ਦੇ ਨਾਲ ਨਹੀਂ ਜਾਂਦੀ
ਤੇ ਬਸ ਬੰਦਾ ਇਹਦੇ ਹੀ ਪਿੱਛੇ ਪਿਆ ਹੋਇਆ ਹੈ ਤੇ ਸਾਰੀ ਉਮਰ ਇਸ ਤਰ੍ਹਾਂ ਇਹਦੇ ਪਿੱਛੇ ਹੀ ਨਿਘਾ ਦਿੰਦਾ ਤੇ ਜਦੋਂ ਜਾਂਦਾ ਖਾਲੀ ਹੱਥ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬ ਸਮਝਾ ਰਹੇ ਨੇ ਵੀ ਕੂੜ ਕੂੜੈ ਨੇਹੋ ਲੱਗਾ। ਅਸੀਂ ਵੀ ਕੂੜਾਂ ਤੇ ਜਿਹੜੀ ਮਾਇਆ ਹੈ ਇਹਦੇ ਹੀ ਪਿਆਰ ਦੇ ਵਿੱਚ ਲੱਗੇ ਹੋਏ ਆ। ਵਿਸਰਿਆ ਕਰਤਾਰ, ਪਰਮਾਤਮਾ ਦਾ ਕਦੇ ਨਾਮ ਹੀ ਨਹੀਂ ਲੈਂਦੇ, ਉਹਦੀ ਸਿਫਤ ਸਲਾਹ ਵਡਿਆਈ ਹੀ ਨਹੀਂ ਕਰਦੇ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਹੁਣ ਇੱਥੇ ਗੁਰੂ ਸਾਹਿਬ ਸਮਝਾ ਰਹੇ ਨੇ, ਕਹਿੰਦੇ ਫਿਰ ਕਿਹਦੇ ਨਾਲ ਦੋਸਤੀ ਕਰੀਏ ਇਸ ਸੰਸਾਰ ਦੇ ਵਿੱਚ? ਸਾਰਾ ਸੰਸਾਰ ਤਾਂ ਚੱਲਣ ਹਾਰ ਹੈ ਵੀ ਸਾਰੇ ਸੰਸਾਰ ਨੇ ਤਾਂ ਮਤਲਬ ਕਿ ਕੋਈ ਕੱਲ੍ਹ ਮਰ ਗਿਆ, ਕੋਈ ਅੱਜ ਮਰ ਗਿਆ, ਕਿਸੇ ਨੇ ਕੱਲ੍ਹ ਨੂੰ ਮਰ ਜਾਣਾ। ਹੁਣ ਆਪਾਂ ਕਿਸੇ ਦੀ ਮਰਗਤ 'ਤੇ ਬੜਾ ਅਫਸੋਸ ਕਰਦੇ ਹਾਂ ਜੀ, ਬੜਾ ਮਾੜਾ ਹੋਇਆ, ਪਰ ਗੁਰੂ ਸਾਹਿਬ ਤਾਂ ਸਾਨੂੰ ਇਹ ਵੀ ਸਮਝਾਉਂਦੇ ਨੇ ਵੀ ਇਹ ਗੱਲ ਤੇਰੇ 'ਤੇ ਵੀ ਢੁਕਦੀ ਹੈ ਅਤੇ ਇੱਕ ਦਿਨ ਇਹ ਤੇਰੇ 'ਤੇ ਵੀ ਆਉਣਾ ਅਤੇ ਤੈਂ ਵੀ ਇੱਥੋਂ ਚਲਿਆ ਜਾਣਾ। ਮਤਲਬ ਕਿ ਉਹਨਾਂ ਦੇ ਸਮਝਾਉਣ ਦਾ, ਕਹਿਣ ਦਾ ਮਤਲਬ ਕੀ ਹੈ ਵੀ ਪਰਮਾਤਮਾ ਦਾ ਨਾਮ ਲੈ, ਉਹਦੀ ਸਿਫਤ ਸਲਾਹ ਵਡਿਆਈ ਕਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ। ਕੂੜ ਮਿੱਠਾ, ਜਿਹੜੀ ਜੋ ਸਾਨੂੰ ਸੰਸਾਰ ਦੇ ਵਿੱਚ ਇਹ ਪਦਾਰਥ ਨੇ ਬਹੁਤ ਮਿੱਠੇ ਲੱਗਦੇ ਨੇ, ਇਹ ਸਾਰੇ ਨਾਸ਼ਵੰਤ ਨੇ। ਕੂੜ ਮਾਖਿਓ, ਮਿੱਠੇ ਵੀ ਸ਼ਹਿਦ ਵਰਗੇ ਲੱਗਦੇ ਨੇ, ਮਾੜੇ ਮੋਟੇ ਮਿੱਠੇ ਨਹੀਂ ਲੱਗਦੇ ਐਨ, ਮਤਲਬ ਕਿ ਸ਼ਹਿਦ ਨੂੰ ਬਹੁਤ ਮਿੱਠਾ ਮੰਨਿਆ ਜਾਂਦਾ ਜੀ। ਮਾਖਿਓ, ਅੱਗੇ ਮਖਿਆਲ ਕਹਿੰਦੇ ਹੁੰਦੇ ਸੀ ਸ਼ਹਿਦ ਨੂੰ, ਅਤੇ ਇੱਥੇ ਮਾਖਿਓ ਲਿਖਿਆ ਹੋਇਆ ਹੈ। ਅਤੇ ਮਤਲਬ ਕਿ ਵੀ ਇੰਨਾ ਜ਼ਿਆਦਾ ਇਸ ਚੀਜ਼ ਨਾਲ, ਮਾਇਆ ਦੇ ਪਦਾਰਥਾਂ ਨਾਲ ਪਿਆਰ ਹੈ। ਕੂੜ ਡੋਬੇ ਪੂਰ, ਗੁਰੂ ਸਾਹਿਬ ਕਹਿੰਦੇ ਇਸ ਝੂਠ ਨੇ, ਇਸ ਫਰੇਬ ਨੇ, ਇਸ ਕੂੜ ਨੇ ਮਤਲਬ ਕਿ ਵੀ ਪੂਰਾਂ ਦੇ ਪੂਰ ਡਬੋਤੇ। ਪੂਰ ਕੀ ਹੁੰਦਾ ਜੀ? ਜਿਵੇਂ ਇੱਕ ਗਰੁੱਪ ਹੋ ਗਿਆ ਜਿਨ੍ਹਾਂ ਦੀ ਸੋਚ ਵਿਚਾਰ ਮਿਲਦੀ ਹੈ ਅਤੇ ਉਹ ਇੱਕੋ ਪਾਸੇ ਨੂੰ ਚੱਲਦੇ ਨੇ ਅਤੇ ਉਹ ਸਾਰੇ ਉੱਧਰ ਨੂੰ ਹੀ ਹਟ ਜਾਂਦੇ ਨੇ। ਨਾਨਕ ਬਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਨਾਨਕ ਜੀ ਬੇਨਤੀ ਵਖਾਣ ਕਰਦੇ ਨੇ, ਕਹਿੰਦੇ ਵੀ ਤੁਧ ਬਾਜ ਕੂੜੋ ਕੂੜ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ, ਵਿਅਰਥ ਹੈ। ਮਹੱਲਾ ਪਹਿਲਾ। ਸੰਗਤ ਜੀ, ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਹੈਗਾ ਵੀ ਅਸੀਂ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਵਡਿਆਈ ਹੈ ਉਹਨੂੰ ਕਿਵੇਂ ਕਰੀਏ। ਫਿਰ ਅਸੀਂ ਦੂਜਿਆਂ ਨੂੰ ਪੁੱਛਣ ਲੱਗ ਜਾਂਦੇ ਹਾਂ ਵੀ ਪਰਮਾਤਮਾ ਦੀ ਵਡਿਆਈ ਅਸੀਂ ਕਿਵੇਂ ਕਰੀਏ, ਉਹਦੀ ਸਿਫਤ ਸਲਾਹ ਕਿਵੇਂ ਕਰੀਏ। ਜਦੋਂ ਅਸੀਂ ਆਪਣੇ ਕਿਸੇ ਬੱਚੇ ਦੀ, ਰਿਸ਼ਤੇਦਾਰ ਦੀ ਜਾਂ ਮੰਤਰੀਆਂ ਦੀ, ਇਹਨਾਂ ਕਿਸੇ ਦੀ ਵੀ ਸਿਫਤ ਸਲਾਹ ਕਰਨੀ ਹੁੰਦੀ, ਅਸੀਂ ਕਿਸੇ ਕੋਲ ਪੁੱਛਣ ਜਾਂਦੇ ਹਾਂ? ਬਿਲਕੁਲ ਵੀ ਨਹੀਂ ਜਾਂਦੇ, ਬਸ ਕਰੀ ਜਾਂਦੇ ਹਾਂ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਵਡਿਆਈ ਕਰੀ ਜਾਓ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ, ਬਸ ਲੱਗੇ ਰਹੋ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਇੱਥੇ ਸੱਚ ਤਾਂ ਪਰ ਜਾਣੀਐ, ਇੱਕ ਤਾਂ ਮਤਲਬ ਕਿ ਸੰਗਤ ਜੀ ਵਿਚਾਰ ਆ ਜਾਂਦੀ ਹੈ, ਸੱਚ ਪਰਮਾਤਮਾ ਨੂੰ ਕਿਹਾ ਵੀ ਉਸ ਪਰਮਾਤਮਾ ਬਾਰੇ ਤਾਂ ਹੀ ਜਾਣਿਆ ਜਾਂਦਾ। ਸੱਚ ਤਾਂ ਪਰ ਜਾਣੀਐ, ਇੱਕ ਇਹਦਾ ਦੂਜਾ ਅਰਥ ਹੈਗਾ ਵੀ ਉਹ ਬੰਦਾ ਜਿਹੜਾ ਸੱਚ ਦੇ ਨਾਲ ਜੁੜਿਆ ਹੋਇਆ ਉਹਨੂੰ ਤਾਂ ਹੀ ਸੱਚਾ ਜਾਣਿਆ ਜਾਂਦਾ ਜਾਂ ਹਿਰਦੈ ਸੱਚਾ ਹੋਏ, ਜੇ ਉਹਦੇ ਹਿਰਦੇ ਦੇ ਵਿੱਚ ਸੱਚਾ ਪਰਮਾਤਮਾ ਹੈ। ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਕੂੜ ਕੀ ਮਲ ਉਤਰੈ, ਫਿਰ ਜਿਹੜੀ ਝੂਠ ਦੀ, ਵਿਕਾਰ ਦੀ, ਇਹ ਕੂੜ ਦੀ ਮੈਲ ਸਾਨੂੰ ਚਿੰਬੜੀ ਹੋਈ ਹੈ ਜੀ, ਇਹ ਉਤਰ ਜਾਂਦੀ ਹੈ। ਤਨ ਕਰੇ ਹੱਛਾ ਧੋਏ, ਫਿਰ ਉਹਦਾ ਜਿਹੜਾ ਤਨ ਹੈ ਉਹ ਆਪਣਾ ਨਾਮ ਨਾਲ ਹੱਛਾ ਕਰਦਾ, ਧੋਂਦਾ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਉਸ ਜਨ ਨੂੰ, ਇਨਸਾਨ ਨੂੰ ਤਾਂ ਹੀ ਸੱਚਾ ਜਾਣਿਆ ਜਾਂਦਾ ਹੈ ਜਾਂ ਸੱਚ ਧਰੇ ਪਿਆਰ, ਜੇ ਉਹ ਸੱਚੇ ਪਰਮਾਤਮਾ ਨਾਲ ਮਤਲਬ ਕਿ ਆਪਣੇ ਹਿਰਦੇ ਦੇ ਵਿੱਚ ਪਿਆਰ ਰੱਖਦਾ। ਨਾਉ ਸੁਣ ਮਨ ਰਹੱਸੀਐ ਤਾਂ ਪਾਏ ਮੋਖ ਦੁਆਰ। ਪਰਮਾਤਮਾ ਦੇ ਨਾਮ ਨੂੰ ਸੁਣ ਕੇ ਉਹਦਾ ਮਨ ਖਿੜਿਆ ਰਹਿੰਦਾ ਤਾਂ ਪਾਏ ਮੋਖ ਦੁਆਰ, ਇਸ ਤਰ੍ਹਾਂ ਉਹ ਮੁਕਤੀ ਦਾ ਦਰ ਪਾ ਲੈਂਦਾ ਹੈ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ। ਉਹ ਕਹਿੰਦੇ ਸੱਚਾ ਉਸ ਜਨ ਨੂੰ, ਮਨੁੱਖ ਨੂੰ ਤਾਂ ਹੀ ਜਾਣਿਆ ਜਾਂਦਾ ਜਾਂ ਜੁਗਤ ਜਾਣੈ ਜੀਓ, ਜੇ ਉਹਦੇ ਕੋਲੇ ਪਰਮਾਤਮਾ ਨੂੰ ਜਾਣ ਕੇ ਜਿਉਣ ਦੀ ਜੁਗਤੀ ਆ ਗਈ, ਜਾਣਦਾ ਉਹ, ਮਤਲਬ ਕਿ ਜੀਵਨ ਜੁਗਤੀ ਜਾਣਦਾ। ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਉਹ ਜਿਹੜਾ ਹੈ ਸਰੀਰ ਰੂਪੀ ਧਰਤੀ ਹੈ ਜੀ, ਮਤਲਬ ਕਿ ਇਹ ਕਾਇਆ ਸਰੀਰ ਨੂੰ ਕਹਿੰਦੇ ਨੇ ਅਤੇ ਧਰਤੀ ਵੀ ਇਸ ਸਰੀਰ ਨੂੰ ਹੀ ਕਿਹਾ। ਇਹਨੂੰ ਸਾਧ ਕੇ ਜਿਵੇਂ ਆਪਣੇ ਜਿਹੜੇ
ਗੁਣਾਂ ਦੇ ਦੁਆਰਾ ਇਹਨੂੰ ਮਤਲਬ ਕਿ ਵਧੀਆ ਬਣਾਉਣਾ, ਸਾਧਣਾ, ਤੇ ਵਿੱਚ ਦੇ ਕਰਤਾ ਵੀ ਉਹ, ਤੇ ਫਿਰ ਵਿੱਚ ਕਰਤਾਰ ਪਰਮਾਤਮਾ ਦੇ ਨਾਮ ਨੂੰ ਇਸ ਸਰੀਰ ਰੂਪੀ ਧਰਤੀ ਦੇ ਵਿੱਚ ਬੀਜ ਦੇਣਾ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਉਸ ਜਨ ਨੂੰ ਤਾਂ ਹੀ ਸੱਚਾ ਜਾਣਿਆ ਜਾਂਦਾ ਜਦੋਂ ਉਹ ਸੱਚੇ ਦੀ ਸਿੱਖਿਆ ਲੈ ਲੈਂਦਾ। ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਦਇਆ ਜਾਣੈ ਜੀ ਕੀ, ਉਹ ਮਤਲਬ ਜਿਵੇਂ ਆਪਾਂ ਕਹਿੰਦੇ ਆ ਜੀ ਜਪਜੀ ਸਾਹਿਬ 'ਚ ਆਉਂਦਾ ਵੀ ਹਰ ਇੱਕ ਤੇ ਸਾਨੂੰ ਦਇਆ ਭਾਵਨਾ, ਮਤਲਬ ਕਿ ਜਪਜੀ ਸਾਹਿਬ ਦੀ ਪੰਗਤੀ ਹੈਗੀ ਹੈ ਉਹ ਜੀ, ਦਇਆ ਤੌਲ ਧਰਮ ਦਇਆ ਕਾ ਪੂਤ, ਵੀ ਮਤਲਬ ਕਿ ਅਸੀਂ ਧਰਮੀ ਤਾਂ ਹਾਂ ਜੀ ਜੇ ਸਾਡੇ ਅੰਦਰ ਦਇਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਦਇਆ ਜਾਣੇ ਜੀ ਕੀ, ਉਹ ਜੀਆਂ ਤੇ ਦਇਆ ਕਰਨ ਜਾਣਦਾ ਹੋਵੇ, ਮਤਲਬ ਕਿ ਉਹਦੇ ਅੰਦਰ ਦਇਆ ਭਾਵਨਾ ਇਹ ਗੁਣ ਹੋਣਾ ਚਾਹੀਦਾ। ਕਿਛ ਪੁੰਨ ਦਾਨ ਕਰੇ, ਜੇ ਕੋਈ ਲੋੜਵੰਦ ਲੱਗਦਾ ਜੇ ਉਹਦੇ ਕੋਲੇ ਕੁਛ ਹੈਗਾ, ਉਸ ਜਿਹੜਾ ਕੁਛ ਹੈਗਾ ਉਹਦੇ ਕੋਲੇ ਉਹਨੂੰ ਆਪਣਾ ਨਹੀਂ ਸਮਝਦਾ ਵੀ ਇਹ ਮੈਂ ਆ, ਇਹ ਜਿਹੜਾ ਚੀਜ਼ ਹੈ ਇਹ ਮੇਰੀ ਹੈ। ਬਸ ਉਹ ਅੱਗੇ ਪੁੰਨਦਾਨ ਦਾ ਮਤਲਬ ਕੀ ਹੈ ਵੀ ਅੱਗੇ ਅਗਲੇ ਦੇ ਕੰਮ ਆ ਜਾਂਦਾ ਹੈ, ਅੱਗੇ ਅਗਲੇ ਦਾ ਕੋਈ ਕੰਮ ਸਾਰ ਦਿੰਦਾ ਹੈ, ਉਹ ਪੁੰਨਦਾਨ ਕਰ ਦਿੰਦਾ। ਇਹਦਾ ਮਤਲਬ ਪੁੰਨਦਾਨ ਇਹ ਨਹੀਂ ਵੀ ਦਾਤਾ ਉਹੀ ਬਣ ਗਿਆ ਜਾਂ ਉਹਨੇ ਹੀ ਬਣ ਜਾਣਾ, ਅੱਗੇ ਜਣੀ ਉਹਦੇ 'ਚ ਇਹ ਗੁਣ ਹੈ, ਉਹਦੀ ਇਹ ਭਾਵਨਾ ਹੈ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਉਸ ਜਨ ਨੂੰ ਤਾਂ ਹੀ ਸੱਚਾ ਜਾਣਿਆ ਜਾਂਦਾ ਹੈ ਜੇ ਉਹ ਅੰਤਰ ਆਤਮਾ, ਮਤਲਬ ਕਿ ਆਪਣੇ ਬਾਣੀ ਦੇ ਨਾਲ, ਨਾਮ ਦੇ ਨਾਲ ਅੰਤਰ ਆਤਮਾ ਇਸ਼ਨਾਨ ਕਰਦਾ ਹੈ। ਸਤਿਗੁਰ ਨੋ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਸੱਚੇ ਗੁਰੂ ਨੂੰ ਪੁੱਛ ਕੇ, ਇੱਥੇ ਪੁੱਛ ਕੇ ਕੀ ਹੈ ਜੀ, ਗੁਰੂ ਦਾ ਉਪਦੇਸ਼ ਲੈ ਕੇ, ਵੀ ਆਪਣੀ ਮਨ ਦੀ ਮਰਜ਼ੀ ਛੱਡ ਕੇ ਗੁਰੂ ਦਾ ਉਪਦੇਸ਼ ਲੈਣਾ, ਉਹ ਸੱਚੇ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਤੇ ਅੰਦਰ ਆਪਣੇ ਨਿਵਾਸ ਕਰਦਾ ਹੈ। ਜਿਵੇਂ ਹੁਣ ਸਾਡਾ ਮਨ ਹੈ ਜੀ ਇਹ ਅੰਦਰ ਨਹੀਂ ਟਿਕਦਾ ਹੈਗਾ, ਬਾਹਰ ਨੂੰ ਇਹ ਭੱਜਿਆ ਰਹਿੰਦਾ, ਬਾਹਰ ਨੂੰ ਇਹ ਭੱਜਿਆ ਰਹਿੰਦਾ, ਇਸੇ ਤਰ੍ਹਾਂ ਉਹ ਅੰਦਰ ਨਿਵਾਸ ਕਰਦਾ ਹੈ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਇਹ ਜਿਹੜਾ ਸੱਚਾ ਨਾਮ ਹੈ ਜੀ ਪਰਮਾਤਮਾ ਦਾ, ਇਹ ਸਾਰਿਆਂ ਦੀ ਮਤਲਬ ਕਿ ਦਾਰੂ ਦਵਾਈ ਨੂੰ ਕਹਿੰਦੇ ਨੇ, ਦਵਾਈ ਹੈ। ਪਾਪ ਕੱਢੈ ਧੋਏ, ਜਿਹੜੇ ਸਾਡੇ ਅੰਦਰ ਪਾਪ ਨੇ ਇਹਨਾਂ ਨੂੰ ਧੋ ਕੇ ਕੱਢ ਦਿੰਦਾ ਹੈ। ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ, ਨਾਨਕ ਜੀ ਬੇਨਤੀ ਕਰਦੇ ਨੇ, ਵਿਖਿਆਣ ਕਰਦੇ ਨੇ, ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਉਹ ਇਸ ਤਰ੍ਹਾਂ ਦੇ ਹੁੰਦੇ ਨੇ। ਪੌੜੀ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ, ਸੰਗਤ ਜੀ ਦਾਨ ਹੁੰਦਾ ਮਤਲਬ ਕਿ ਉਹਦੀ ਬਖਸ਼ਿਸ਼। ਮਹਿੰਡਾ ਇੱਥੇ ਕਿਸੇ ਬੋਲੀ ਭਾਸ਼ਾ ਦੇ ਵਿੱਚ ਮੈਂ ਨੂੰ ਮਹਿੰਡਾ ਕਿਹਾ ਜਾਂਦਾ, ਜਿਵੇਂ ਆਪਣੇ ਇੱਥੇ ਬਾਵਲਪੁਰੀਏ ਹੈ ਨਾ ਮੈਂਡਾ ਕਹਿੰਦੇ ਨੇ, ਇਸ ਤਰ੍ਹਾਂ ਕਿਸੇ ਭਾਸ਼ਾ ਦੇ ਵਿੱਚ ਮਹਿੰਡਾ ਕਿਹਾ ਜਾਂਦਾ ਮੈਂ ਨੂੰ। ਕਹਿੰਦੇ ਜੇ ਮੈਨੂੰ ਉਹਦੀ ਬਖਸ਼ਿਸ਼ ਮਿਲ ਜਾਵੇ, ਤਲੀ ਖਾਕ ਮਤਲਬ ਕਿ ਗੁਰੂ ਸੱਚੇ ਗੁਰੂ ਦੇ ਚਰਨਾਂ ਦੀ ਚਰਨ ਧੂੜ ਮਿਲ ਜਾਵੇ, ਉਹਦੀ ਬਖਸ਼ਿਸ਼ ਮਿਲ ਜਾਵੇ। ਸੱਚੇ ਗੁਰੂ ਦੀ ਚਰਨ ਧੂੜ ਕੀ ਹੈ ਜੀ, ਗੁਰੂ ਦਾ ਉਪਦੇਸ਼, ਉਹ ਸੱਚੇ ਗੁਰੂ ਦਾ ਉਪਦੇਸ਼ ਚਰਨ ਨੇ। ਜੇ ਕਹਿੰਦੇ ਮੈਨੂੰ ਸੱਚੇ ਗੁਰੂ ਦੀ ਚਰਨ ਧੂੜ ਮਿਲ ਜਾਵੇ, ਮਿਲੇ ਤਾਂ ਮਸਤਕ ਲਾਈਏ, ਤਾਂ ਮੈਂ ਮੱਥੇ ਤੇ ਲਾ ਲਵਾਂ। ਮੱਥੇ ਤੇ ਲਾਉਣਾ ਕੀ ਹੈ ਵੀ ਉਸ ਚੀਜ਼ ਨੂੰ ਮੈਂ ਮੰਨ ਲਵਾਂ। ਆਪਾਂ ਕਹਿੰਦੇ ਨੇ ਵੀ ਕਿਸੇ ਨੇ ਆਪਾਂ ਨੂੰ ਕੋਈ ਗੱਲ ਕਹੀ ਹੈ ਵੀ ਚਲੋ ਠੀਕ ਹੈ ਜੀ, ਸਿਰ ਮੱਥੇ ਵੀ ਮੈਂ ਤੁਹਾਡੀ ਗੱਲ ਮੰਨਦਾ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਧਿਆਈਐ, ਫਿਰ ਇਸ ਗੁਰੂ ਦੀ ਜਿਹੜੀ ਚਰਨ ਧੂੜ ਹੈ, ਗੁਰੂ ਦਾ ਉਪਦੇਸ਼ ਹੈ, ਇਹਦੇ ਨਾਲ ਜਿਹੜਾ ਕੂੜਾ ਲਾਲਚ ਛੱਡੀ ਹੈ, ਜਿਹੜੀ ਮਾਇਆ ਇਹ ਕੂੜ ਹੈ, ਝੂਠ ਹੈ, ਵਿਅਰਥ ਹੈ, ਨਾਸ਼ਵੰਤ ਹੈ, ਇਹਦਾ ਲਾਲਚ ਫਿਰ ਛੱਡ ਦਈਏ। ਹੋਏ ਇੱਕ ਮਨ ਅਲੱਖ ਧਿਆਈਐ, ਇੱਕ ਮਨ ਦੇ ਨਾਲ, ਵੀ ਜਦੋਂ ਸਾਡਾ ਮਨੋ ਮਨ ਮੰਨ ਜਾਂਦਾ ਨਾ ਜੀ, ਫਿਰ ਸਾਡਾ ਇੱਕ ਮਨ ਹੋ ਜਾਂਦਾ ਹੈ। ਉਸ ਇੱਕ ਮਨ ਦੇ ਨਾਲ ਅਲੱਖ ਜਿਹੜਾ ਲਖਿਆ ਨਹੀਂ ਜਾਂਦਾ, ਬਿਆਨ ਨਹੀਂ ਕੀਤਾ ਜਾਂਦਾ ਪਰਮਾਤਮਾ, ਉਹਨੂੰ ਅਸੀਂ ਧਿਆਈਏ, ਸਿਮਰੀਏ। ਫਲ ਤਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ, ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਤੂੰ ਉਹੋ ਜਿਹਾ ਹੀ ਫਲ ਪਾਏਂਗਾ ਜਿਹੀ ਜੀ ਕਾਰ ਕਮਾਏਂਗਾ। ਜੋ ਵੀ ਸਾਡਾ ਮਤਲਬ ਕਿ ਵੀ ਅਸੀਂ ਪਾਠ ਪੂਜਾ ਜੋ ਵੀ ਕਰਦੇ ਹਾਂ ਮਨ ਦੀ ਭਾਵਨਾ ਦੇ ਅਨੁਸਾਰ ਸਾਨੂੰ ਫਲ ਮਿਲਦੇ ਨੇ।
ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ। ਹੁਣ ਇੱਥੇ ਜੇ ਹੋਵੇ ਪੂਰਬ ਲਿਖਿਆ ਮਤਲਬ ਕਿ ਜੀ ਸਾਡੇ ਜੀ ਕਰਮਾਂ ਦੇ ਵਿੱਚ ਭਾਗਾਂ ਦੇ ਵਿੱਚ ਮਤਲਬ ਕਿ ਪਹਿਲਾਂ ਲਿਖਿਆ ਹੋਇਆ ਹੁੰਦਾ ਪੂਰਬਲਾ, ਤਾਂ ਧੂੜ ਤਿੰਨਾਂ ਦੀ ਪਾਈ ਹੈ, ਤਾਂ ਸਾਨੂੰ ਸੱਚੇ ਗੁਰੂ ਦੀ ਚਰਨ ਧੂੜ ਮਿਲਦੀ ਹੈ। ਬਿਨਾਂ ਸਾਡੇ ਕਰਮਾਂ ਤੋਂ ਸੱਚੇ ਗੁਰੂ ਦਾ ਉਪਦੇਸ਼ ਨਹੀਂ ਮਿਲਦਾ। ਮੱਤ ਥੋੜੀ ਸੇਵ ਗਵਾਈ ਹੈ। ਅਸੀਂ ਥੋੜੀ ਮੱਤ ਹੋਣ ਦੇ ਕਾਰਨ ਜਿਹੜਾ ਬੜਾ ਫਲ ਹੈ ਉਹ ਤੋਂ ਵਾਂਝੇ ਰਹਿ ਜਾਂਦੇ ਹਾਂ। ਸਾਨੂੰ ਸੱਚਾ ਗੁਰੂ ਵੀ ਮਿਲ ਜਾਂਦਾ ਹੈ ਜੀ, ਗੁਰੂ ਦਾ ਉਪਦੇਸ਼ ਵੀ ਮਿਲ ਜਾਂਦਾ ਹੈ, ਪਰ ਅਸੀਂ ਕੀ ਕਰਦੇ ਹਾਂ ਮਤਲਬ ਕਿ ਪਰਮਾਤਮਾ ਦਾ ਨਾਮ ਲੈਂਦੇ ਹਾਂ, ਇੱਕ ਛੋਟੀਆਂ ਛੋਟੀਆਂ ਆਸਾਂ ਜੀਆਂ ਇੱਛਾ ਜੀਆਂ ਰੱਖ ਲੈਂਦੇ ਹਾਂ, ਸਾਡਾ ਕੰਮ ਹੋ ਜਾਵੇ, ਸਾਨੂੰ ਆ ਚੀਜ਼ ਮਿਲ ਜਾਵੇ, ਸਾਡਾ ਐਂ ਹੋ ਜਾਵੇ, ਸਾਡਾ ਉਹ ਹੋ ਜਾਵੇ। ਬਸ ਉਹ ਮਤਲਬ ਕਿ ਇੱਥੇ ਜਿਹੜੀ ਮੱਤ ਥੋੜ੍ਹੀ ਕਰਕੇ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਹੀ ਮੰਗੀ ਜਾਂਦੇ ਹਾਂ, ਜਿਹੜੀ ਅਸੀਂ ਪਰਮਾਤਮਾ ਤੋਂ ਗੁਰੂ ਤੋਂ ਪਰਮੇਸ਼ਰ ਨੂੰ ਨਹੀਂ ਮੰਗਦੇ ਹੈਗੇ। ਵੀ ਜਿਹੜੀਆਂ ਅਸੀਂ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਮੰਗਦੇ ਹਾਂ ਉਹ ਤਾਂ ਪਰਮੇਸ਼ਰ ਦੇ ਜਦੋਂ ਪਰਮੇਸ਼ਰ ਨੂੰ ਮੰਗਾਂਗੇ, ਪਰਮੇਸ਼ਰ ਨੂੰ ਮਿਲਾਂਗੇ, ਉਹਦੇ ਵਿੱਚ ਹੀ ਆ ਜਾਣਗੀਆਂ। ਪਰ ਸਾਡੀ ਮੱਤ ਬੁੱਧ ਥੋੜ੍ਹੀ ਹੋਣ ਕਰਕੇ ਸਾਡੀ ਜਿਹੜੀ ਮੰਗ ਹੈ ਇਹ ਵੀ ਥੋੜ੍ਹੀ ਹੋਈ ਰਹਿ ਜਾਂਦੀ ਹੈ। ਸੇਵ ਗਵਾਈ ਹੈ, ਅਸੀਂ ਵੱਡਾ ਜਿਹੜਾ ਫਲ ਹੈ ਉਹਨੂੰ ਮਤਲਬ ਕਿ ਗਵਾ ਲੈਂਦੇ ਹਾਂ ਜੀ, ਮਤਲਬ ਕਿ ਵੀ ਉਹਨੂੰ ਅਸੀਂ ਸਮਝਦੇ ਹੀ ਨਹੀਂ ਹੈਗੇ ਵੀ ਅਸੀਂ ਇੱਥੇ ਪਰਮਾਤਮਾ ਨੂੰ ਪਾਉਣ ਵਾਸਤੇ ਆਏ ਹਾਂ, ਨਾ ਕਿ ਛੋਟੀਆਂ ਛੋਟੀਆਂ ਚੀਜ਼ਾਂ। ਉਹ ਛੋਟੀਆਂ ਚੀਜ਼ਾਂ ਵਿੱਚੇ ਮਿਲ ਜਾਂਦੀਆਂ ਨੇ ਜੀ, ਉਹ ਤੋਂ ਵੀ ਬੰਦਾ ਵਾਂਝਾ ਨਹੀਂ ਰਹਿੰਦਾ ਹੈਗਾ, ਉਹਦੀ ਵੀ ਟੈਨਸ਼ਨ ਕਰਨ ਦੀ ਲੋੜ ਨਹੀਂ। ਇਸੇ ਤਰ੍ਹਾਂ ਅਸੀਂ ਘਾਲਣਾ ਵੀ ਘਾਲਦੇ ਹਾਂ ਜੀ, ਸਾਰੀ ਉਮਰ ਗੁਰਦੁਆਰੇ ਵੀ ਜਾਂਦੇ ਹਾਂ, ਪਰਮਾਤਮਾ ਦਾ ਨਾਮ ਵੀ ਲੈਂਦੇ ਹਾਂ, ਪਰ ਸਾਡੀ ਜਿਹੜੀ ਮੱਤ ਹੈ ਉਹ ਥੋੜ੍ਹੀ ਕਰਕੇ ਜਿਹੜੀਆਂ ਇੱਛਾ ਨੇ ਉਹ ਦੁਨਿਆਵੀ ਪਦਾਰਥਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ ਜੀ। ਅਤੇ ਅਸੀਂ ਕਦੇ ਵੀ ਸਾਡੇ ਮਨ 'ਚ ਇੱਛਾ ਨਹੀਂ ਆਉਂਦੀ ਵੀ ਅਸੀਂ ਗੁਰੂ ਨੂੰ ਪਰਮੇਸ਼ਰ ਨੂੰ ਮਿਲੀਏ ਅਤੇ ਆਤਮਿਕ ਜੀਵਨ ਹੈ ਜਿਹੜਾ ਸਦੀਵੀ ਜੀਵਨ ਹੈ ਉਹ ਜਿਉਣ ਦੀ ਆਸ ਕਰੀਏ, ਪ੍ਰਾਪਤ ਕਰਨ ਦੀ ਗੁਰੂ ਤੋਂ ਆਸ ਕਰੀਏ। ਗੁਰੂ ਮਹਾਰਾਜ ਬਖਸ਼ਣਹਾਰ ਨੇ ਭੁੱਲਾਂ, ਅਤੇ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਕਰਾਉਣ। ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।